ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 11ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਪਰ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵਹਿ ਰਾਹ, ਸੁਣਿਐ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਕਦੇ ਨਾ ਕਦੇ ਸਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਨਾਮ ਸੁਣਨ ਵਾਲਾ ਵੀ ਦੁਖੀ ਕਿਉਂ ਹੈ। ਅਸੀਂ ਸਾਰੇ ਨਾਮ ਜਪਦੇ ਹਾਂ, ਸੰਗਤ ਕਰਦੇ ਹਾਂ, ਬਾਣੀ ਸੁਣਦੇ ਹਾਂ, ਪਰ ਫਿਰ ਵੀ ਦੁਖੀ ਕਿਉਂ ਹਾਂ? ਇਸ ਵਿੱਚ ਹੀ ਜਵਾਬ ਛੁਪਿਆ ਹੈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਸੁਣਿਐ ਦੁਖ ਪਾਪ ਕਾ ਨਾਸ। ਭਾਈ ਜਿਹੜਾ ਸੁਣ ਲੈਂਦਾ ਹੈ, ਜਿਹੜਾ ਬਾਣੀ ਨੂੰ ਸੁਣ ਲੈਂਦਾ ਹੈ, ਜਿਹੜਾ ਨਾਮ ਨੂੰ ਸੁਣ ਲੈਂਦਾ ਹੈ, ਉਹਦੇ ਤੇ ਦੁੱਖ ਤੇ ਪਾਪ ਤੇ ਕੱਟ ਜਾਂਦੀ ਆ, ਦੂਰ ਹੋ ਜਾਂਦੀ ਆ। ਤੇ ਕਿਤੇ ਨਾ ਕਿਤੇ ਘਾਟ ਕਿਹਦੇ ਵਿੱਚ ਹੈ? ਜਵਾਬ ਇਹੀ ਹੈ ਕਿ ਸਾਨੂੰ ਮੰਨਣਾ ਪਏਗਾ, ਇਹ ਕਬੂਲ ਕਰਨਾ ਪਏਗਾ ਕਿ ਅਸੀਂ ਸੁਣਿਆ ਤੇ ਹੈ, ਪਰ ਫਿਰ ਵੀ ਸੁਣ ਕੇ ਵੀ ਅਣਸੁਣਿਆ ਹੀ ਕੀਤਾ ਹੈ। ਕਹਿਣ ਤੋਂ ਭਾਵ ਸੁਣਿਆ ਨਹੀਂ। ਜੇ ਸੁਣਿਆ ਹੁੰਦਾ ਤੇ ਫਿਰ ਸਾਡੇ ਦੁੱਖ ਤੇ ਪਾਪ ਜ਼ਰੂਰ ਕੱਟਦੇ ਤੇ ਸਾਨੂੰ ਵਿਸ਼ਵਾਸ ਜ਼ਰੂਰ ਆਉਂਦਾ। ਗੁਰੂ ਸਾਹਿਬ ਨੇ ਸਾਨੂੰ ਪਹਿਲੇ ਵੀ ਇੱਕ ਗੱਲ ਸਮਝਾਈ ਸੀ ਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਨਾ ਸਾਡੇ ਵਿੱਚ ਸਤ ਆਇਆ, ਨਾ ਸੰਤੋਖ ਆਇਆ, ਨਾ ਵਿਚਾਰ ਆਇਆ, ਤੇ ਸਾਨੂੰ ਇਹ ਮੰਨਣਾ ਪਏਗਾ, ਸਾਨੂੰ ਕਬੂਲ ਕਰਨਾ ਪਏਗਾ ਕਿ ਬਈ ਅਸੀਂ ਨਹੀਂ ਸੁਣਿਆ। ਜੇ ਸੁਣਿਆ ਹੁੰਦਾ ਤੇ ਜਿਹੜੇ 3 ਗੁਣਾਂ ਦੀ ਜਿਹੜੀ ਵਿਚਾਰ ਕੀਤੀ ਗਈ ਸੀ ਉਹ ਜ਼ਰੂਰ ਕਿਤੇ ਨਾ ਕਿਤੇ ਹਿਰਦੇ ਵਿੱਚ ਸਾਡੇ ਆ ਜਾਂਦੇ। ਪਰ ਉਹ ਅਗਰ ਵਿਚਾਰ ਨਹੀਂ ਆਈ ਤੇ ਸਾਨੂੰ ਹੀ ਇਹ ਕਬੂਲ ਕਰਨਾ ਪਏਗਾ ਕਿ ਗੁਰੂ ਸਾਹਿਬ ਅਸੀਂ ਨਹੀਂ ਸੁਣ ਸਕੇ। ਆਪ ਜੀ ਨੇ ਰਹਿਮਤ ਕਰਕੇ, ਤਰਸ ਖਾ ਕੇ ਸਾਡੇ ਤੇ ਜਪਜੀ ਸਾਹਿਬ ਵਿੱਚ 4 ਵਾਰੀ, 1 ਵਾਰੀ ਨਹੀਂ, 2 ਵਾਰੀ ਨਹੀਂ, 4 ਵਾਰੀ ਸਾਨੂੰ ਸੁਣਿਆ ਦੀ ਅਲੱਗ ਤੋਂ ਸਾਨੂੰ ਪੌੜੀਆਂ ਬਖਸ਼ੀਆਂ, ਪਰ ਫਿਰ ਵੀ ਅਸੀਂ ਨਹੀਂ ਸੁਣ ਪਾਏ। ਅਸੀਂ ਕਿਨਕਾ ਮਾਤਰ ਵੀ ਨਹੀਂ ਸੁਣ ਪਾਏ। ਇਹ ਸਾਨੂੰ ਕਬੂਲ ਕਰਨਾ ਪਏਗਾ। ਜੇ ਸੁਣਿਆ ਹੁੰਦਾ ਤੇ ਉਹ ਸੁਣਨ ਦੇ ਗੁਣ ਜਿਹੜੇ ਤੁਸੀਂ ਦੱਸੇ ਆ ਉਹ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਜ਼ਰੂਰ ਝਲਕਦੇ। ਤੇ ਜਦ ਅਸੀਂ ਆਪਣੇ ਵੱਲ ਝਾਤ ਮਾਰਦੇ ਹਾਂ ਤੇ ਨਜ਼ਰ ਆਉਂਦਾ ਹੈ ਕਿ ਨਹੀਂ, ਅਸੀਂ ਨਹੀਂ ਸੁਣਿਆ। ਗੁਰੂ ਸਾਹਿਬ, ਅਸੀਂ ਭੁੱਲਣਹਾਰ ਆ, ਤੁਸੀਂ ਬਖਸ਼ਣਹਾਰ ਹੋ, ਤੁਸੀਂ ਕਿਰਪਾ ਕਰੋ। ਜੇ ਅਸੀਂ ਸੁਣਦੇ ਤੇ ਗੁਰੂ ਸਾਹਿਬ ਜਿਹੜੀ ਹੁਣ ਸੁਣੇ ਦੀ 4ਥੀ ਪੌੜੀ ਵਿੱਚ ਸਾਨੂੰ ਦੱਸਣਾ ਚਾਹੁੰਦੇ ਆ, ਕਿਤੇ ਨਾ ਕਿਤੇ ਇਹ ਜਿਹੜੇ ਗੁਣ ਆ ਇਹ ਸਾਡੇ ਵਿੱਚ ਵੀ ਜ਼ਰੂਰ ਆਉਂਦੇ। ਸੁਣਿਐ ਸਰਾ ਗੁਣਾ ਕੇ ਗਾਹ, ਸੁਣਨ ਦੇ ਨਾਲ ਸਰਾ ਤੋਂ ਭਾਵ ਸਮੁੰਦਰ, ਗੁਣ ਕੇ ਗਾਹ ਮਤਲਬ ਸੂਝਵਾਨ। ਜਿਹੜੇ ਮਨੁੱਖ ਸੁਣਦੇ ਹਨ, ਨਾਮ ਜਪਦੇ ਹਨ, ਉਹ ਤੇ ਗੁਣਾਂ ਦੇ ਗਾਹਕ ਬਣ ਜਾਂਦੇ ਆ। ਕਹਿਣ ਤੋਂ ਭਾਵ ਹੈ ਕਿ ਉਹਨਾਂ ਕੋਲ ਸਮੁੰਦਰ ਜਿਹੇ ਗੁਣ ਹੁੰਦੇ ਆ। 1 ਗੁਣ ਨਹੀਂ, 2 ਗੁਣ ਨਹੀਂ, ਅਜਿਹੇ ਬਥੇਰੇ ਗੁਣ ਹੁੰਦੇ ਆ ਜਿਹੜੇ ਗਿਣੇ ਨਹੀਂ ਜਾ ਸਕਦੇ, ਜਿਹੜੇ ਆਮ ਮਨੁੱਖੋਂ ਨਹੀਂ ਹੁੰਦੇ। ਜਿਹੜੇ ਬਾਣੀ ਸੁਣਦੇ ਆ ਉਹ ਤੇ ਸੂਝਵਾਨ ਹੋ ਜਾਂਦੇ ਆ। ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਉਹ ਤੇ ਅਥਾਹ ਗੁਣਾਂ ਦੇ ਮਾਲਕ ਹੋ ਜਾਂਦੇ ਆ। ਐਸੀ ਸ਼ਖਸੀਅਤ ਹੁੰਦੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਗੁਣ ਹੀ ਗੁਣ ਝਲਕਦੇ ਆ। ਉਹ ਗੱਲ ਵੱਖਰੀ ਹੈ ਕਿ ਇੱਕ ਨਿਮਾਣਾ ਭਾਵ ਜਿਹੜਾ ਹੈ ਉਹ ਵੀ ਰਹਿੰਦਾ ਹੈ ਕਿਤੇ ਨਾ ਕਿਤੇ, ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੋਮੇ ਨਹੀਂ ਆਉਂਦੀ ਤੇ ਉਹ ਪ੍ਰਗਟਾਵਾ ਵੀ ਨਹੀਂ ਕਰਦੇ, ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਣ ਜਿਹੜੇ ਆ ਉਹ ਜ਼ਰੂਰ ਅੰਦਰ ਭਰਦੇ ਆ। ਜਿਹੜਾ ਵੀ ਨਾਮ ਸੁਣਦਾ ਹੈ, ਇਹੀ ਨਾਮ ਦੀ ਮਹਿਮਾ ਬਰਕਤ ਹੈ ਕਿ ਉਹ ਗੁਣਾਂ ਦਾ ਗਾਹਕ ਬਣ ਜਾਂਦਾ, ਗੁਣਾਂ ਦਾ ਸੂਝਵਾਨ ਬਣ ਜਾਂਦਾ। ਉਹਦੇ ਵਿੱਚ ਬੇਅੰਤ ਹੀ ਗੁਣ ਜਿਹੜੇ ਆ ਉਹ ਝਲਕਦੇ ਆ। ਸੁਣਿਐ ਸੇਖ ਪੀਰ ਪਾਤਸ਼ਾਹ। ਸੇਖ ਤੋਂ ਭਾਵ ਕਹਿ ਸਕਦੇ ਹਾਂ ਜੀ ਇੱਕ ਅਮੀਰ ਸ਼ਖਸੀਅਤ, ਜਿਹਦੇ ਕੋ ਕਹਿ ਸਕਦੇ ਹਾਂ ਕਿ ਧਨਵਾਨ ਸ਼ਖਸੀਅਤ, ਜਿਹਦੇ ਕੋ ਕੋਈ ਕਮੀ ਨਹੀਂ। ਪੀਰ, ਜਿੱਦਾਂ ਕਿ ਅਸੀਂ ਪਹਿਲਾਂ ਵੀ ਵਿਚਾਰ ਕੀਤੀ ਸੀ, ਸੁਣਿਐ ਸਿੱਧ ਪੀਰ ਸੁਰਨਾਥ, ਉੱਥੇ ਵੀ ਅਸੀਂ ਵਿਚਾਰ ਕੀਤੀ ਸੀ। ਪੀਰ ਸਨਮਾਨਿਤ ਮਨੁੱਖ, ਪੂਜਣਯੋਗ ਮਨੁੱਖ, ਅਜਿਹੇ ਮਨੁੱਖ ਜਿਨ੍ਹਾਂ ਦੀ ਲੋਕ ਪੂਜਾ ਤਾਂ ਕਰਨ ਨੂੰ ਤਿਆਰ ਹਨ। ਕਿਹਦੇ ਸਦਕਾ? ਨਾਮ ਦੀ ਬਰਕਤ ਦੇ ਸਦਕਾ। ਪਾਤਸ਼ਾਹ ਅਸੀਂ ਰੋਜ਼ ਪੜ੍ਹਦੇ ਹਾਂ, ਜਿਸਨੋਂ
ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਨੂੰ ਤੁਸੀਂ ਆਪਣੀ ਮਿਹਰ ਰਹਿਮਤ ਦੀ ਸਦਕਾ ਆਪਣੀ ਸਿਫਤ ਸਲਾਹ ਬਖਸ਼ ਦਿੰਦੇ ਹੋ ਸੱਚੇ ਪਿਤਾ ਜੀ, ਉਹ ਫਿਰ ਗਰੀਬ ਨਹੀਂ ਰਹਿੰਦਾ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ ਹੈ। ਤੁਸੀਂ ਕਿਹੜੇ ਸੇਖ ਦੀ ਗੱਲ ਕਰ ਰਹੇ ਹੋ, ਤੁਸੀਂ ਕਿਹੜੇ ਪੀਰ ਦੀ ਗੱਲ ਕਰ ਰਹੇ ਹੋ, ਤੁਸੀਂ ਕਿਹੜੇ ਪਾਤਸ਼ਾਹ ਦੀ ਗੱਲ ਕਰ ਰਹੇ ਹੋ ਸੱਚੇ ਪਿਤਾ ਜੀ, ਸਾਨੂੰ ਵੀ ਸੋਝੀ ਬਖਸ਼ੋ। ਗੁਰੂ ਸਾਹਿਬ ਸਾਨੂੰ ਦੱਸਣਾ ਚਾਹੁੰਦੇ ਹਨ ਸੇਖ ਭਾਵ ਤੋਂ ਗੱਲ ਇਹ ਆ ਕਿ ਗੁਰੂ ਸਾਹਿਬ ਦੀ ਨਜ਼ਰ ਵਿੱਚ ਅਮੀਰ ਕੌਣ ਹੈ? ਅਮੀਰ ਉਹ ਹੈ ਜਿਹਦੇ ਕੋਲ ਗੁਣ ਹਨ। ਕਿਹੜੇ ਗੁਣ ਹਨ? ਚੰਗਿਆਈ ਹੈ। ਕਿਹੜੀ ਚੰਗਿਆਈ? ਉਹਦਾ ਸੁਭਾਅ ਵੇਖਣਾ ਪਏਗਾ ਕਿ ਉਹਦੇ ਕੋਲ ਸੱਤ ਹੈ। ਸੱਤ ਤੋਂ ਭਾਵ ਕਿ ਉਹ ਦਾਨੀ ਬਿਰਤੀ ਵਾਲਾ ਹੈ, ਕਿ ਉਹਦੇ ਕੋਲ ਸੰਤੋਖ ਹੈ। ਸੰਤੋਖ ਤੋਂ ਭਾਵ ਕਿ ਉਹਦੇ ਕੋਲ ਹੁਣ ਤ੍ਰਿਪਤੀ ਹੈ, ਉਹ ਤ੍ਰਿਪਤ ਹੋ ਚੁੱਕਾ ਹੈ, ਕਿ ਉਹਦੇ ਕੋਲ ਤ੍ਰਿਪਤੀ ਹੈ ਤੇ ਉਹ ਅਮੀਰ ਹੈ। ਜੇ ਉਹਦੇ ਕੋਲ ਤ੍ਰਿਪਤੀ ਨਹੀਂ ਤੇ ਫਿਰ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ, ਫਿਰ ਤੇ ਉਹਦੀ ਭੁੱਖ ਨਹੀਂ ਲੱਥ ਸਕਦੀ। ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਆ। ਤੇ ਅਸਲ ਅਮੀਰ ਉਹੀ ਹਨ ਜਿਨ੍ਹਾਂ ਨੇ ਆਪਣੇ ਗੁਣ ਜਿਹੜੇ ਆ ਉਹ ਪੱਲੇ ਬੰਨੇ ਆ, ਫਿਰ ਉਹ ਪੂਜਣਯੋਗ ਵੀ ਹੋ ਜਾਂਦੇ ਆ। ਪੂਜਣਯੋਗ ਗੁਰੂ ਸਾਹਿਬ ਆਪ ਕਰਾਉਂਦੇ ਆ, ਕਿਉਂਕਿ ਉਹਨਾਂ ਨੇ ਨਾਮ ਸੁਣੇ। ਨਾਮ ਦੀ ਬਰਕਤ ਦੇ ਨਾਲ ਹੀ ਪੂਜਣਯੋਗ ਵੀ ਹੋਏ, ਉਹਨਾਂ ਨੂੰ ਵਡਿਆਈ ਮਿਲ ਰਹੀ ਹੈ। ਤੇ ਨਾਮ ਦੀ ਬਰਕਤ ਦੇ ਨਾਲ ਹੀ ਅਸਲ ਪਾਤਸ਼ਾਹੀ ਮਿਲਦੀ ਹੈ। ਕਿਹੜੀ ਪਾਤਸ਼ਾਹੀ? ਜਿਹੜੇ ਗੁਰੂ ਸਾਹਿਬ ਸਾਨੂੰ ਬਖਸ਼ਦੇ ਪਏ ਆ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਕਹਿਣ ਤੋਂ ਭਾਵ ਉਹ ਰੱਜੇ ਹੁੰਦੇ ਆ, ਉਹਨਾਂ ਦੀ ਜਿਹੜੀ ਭੁੱਖ ਜਿਹੜੀ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ। ਕਿਉਂ? ਕਿਉਂਕਿ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਸਾਰੀਆਂ ਭੁੱਖਾਂ ਮਿਟ ਗਈਆਂ। ਜਿਹਦੀ ਭੁੱਖ ਹੀ ਮਿਟ ਗਈ, ਅਸਲ ਤੇ ਪਾਤਸ਼ਾਹ ਉਹ ਹੈ ਨਾ। ਜਿਹੜਾ ਅਜੇ ਵੀ ਭੁੱਖਾ ਹੈ, ਰੱਜਿਆ ਨਹੀਂ, ਭਾਵੇਂ ਦੁਨਿਆਵੀ ਜਿੰਨੇ ਮਰਜ਼ੀ ਧਨ ਦੌਲਤ ਉਹਦੇ ਕੋਲ ਹੋਏ, ਪਰ ਕਿਸੇ ਨਾ ਕਿਸੇ ਉਹ ਪਾਤਸ਼ਾਹ ਨਹੀਂ, ਉਹ ਤੇ ਮੰਗਤਾ ਹੋਇਆ, ਕਿਉਂਕਿ ਅਜੇ ਵੀ ਉਹ ਮੰਗ ਰਿਹਾ ਹੈ। ਤੇ ਮੰਗਣ ਵਾਲਾ ਹਮੇਸ਼ਾ ਮੰਗਤਾ ਹੀ ਹੁੰਦਾ ਹੈ। ਨਾਲ ਦੇ ਨਾਲ ਹੀ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਆ, ਸੁਣਿਆ ਅੰਧੇ ਪਾਵੈ ਰਾਹ। ਜਿਹੜੇ ਅੰਧੇ ਮਨੁੱਖ ਆ ਉਹਨਾਂ ਨੂੰ ਵੀ ਰਾਹ ਮਿਲ ਜਾਂਦੀ ਹੈ। ਕਹਿਣ ਤੋਂ ਭਾਵ ਅਗਰ ਗੁਰੂ ਸਾਹਿਬ ਕਿਸੇ ਨੂੰ, ਅਗਰ ਗੁਰੂ ਸਾਹਿਬ ਨੇ ਅੱਖਾਂ ਨਹੀਂ ਬਖਸ਼ੀਆਂ, ਅਗਰ ਉਹਦੇ ਵੱਲ ਤੁਸੀਂ ਝਾਤ ਮਾਰੋਗੇ ਕਿ ਉਹਦੇ ਕੋਲ ਕਿਹੜਾ ਗੁਣ ਹੁੰਦਾ ਹੈ, ਉਹਦੀ ਜਿਹੜੀ ਸੁਣਨ ਦੀ ਜਿਹੜੀ ਤਾਕਤ ਹੁੰਦੀ ਹੈ, ਕਹਿ ਸਕਦੇ ਹਾਂ ਸ਼ਕਤੀ ਹੁੰਦੀ ਹੈ, ਉਹ ਬਹੁਤ ਜ਼ਿਆਦਾ ਹੁੰਦੀ ਹੈ। ਕਹਿਣ ਤੋਂ ਭਾਵ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਉਹ ਸੁਣ ਸਕਦਾ ਹੈ, ਚੰਗੇ ਤਰੀਕੇ ਨਾਲ ਸੁਣ ਸਕਦਾ ਹੈ, ਤੇ ਉਹ ਸੁਣ ਕੇ ਆਪਣੀ ਪੂਰੀ ਜ਼ਿੰਦਗੀ ਗੁਜ਼ਾਰਦਾ ਹੈ। ਕਹਿਣ ਤੋਂ ਭਾਵ ਉਹਦੀ ਜਿਹੜੀ ਸੁਰਤ ਹੁੰਦੀ ਹੋਰ ਬਰੀਕ ਹੋ ਜਾਂਦੀ ਹੈ, ਉਹਦਾ ਜਿਹੜਾ ਧਿਆਨ ਹੈ ਹੋਰ ਬਰੀਕ ਹੋ ਜਾਂਦਾ ਹੈ। ਤੇ ਇੱਥੇ ਗੁਰੂ ਸਾਹਿਬ ਨੇ ਅੰਧੇ ਕਿਹਾ ਕਿਹਨੂੰ? ਪਹਿਲੇ ਸਾਨੂੰ ਇਹ ਸਮਝਣਾ ਪਏਗਾ ਕਿ ਇੱਕ ਦੁਨਿਆਵੀ ਪੱਧਰ ਤੇ ਜਿਹੜਾ ਮਨੁੱਖ ਜਿਹੜਾ ਹੈ, ਜਿਹਦੀ ਅੱਖਾਂ ਨਹੀਂ ਹੁੰਦੀਆਂ, ਗੁਰੂ ਸਾਹਿਬ ਵੈਸੇ ਅਸੀਂ ਗੁਰਮਤਿ ਦੀ ਭਾਸ਼ਾ ਵਿੱਚ ਉਹਨਾਂ ਨੂੰ ਸੂਰਮੇ ਕਹਿੰਦੇ ਹਾਂ। ਜਿਹੜੇ ਸੂਰਮੇ ਹੁੰਦੇ ਹਨ ਉਹਨਾਂ ਕੋਲ ਭਾਵੇਂ ਅੱਖਾਂ ਨਹੀਂ ਹਨ, ਪਰ ਉਹ ਵੀ ਸੁਣ ਕੇ ਆਪਣਾ ਜਿਹੜਾ ਰਾਹ ਹੈ ਉਸ ਤੇ ਤੁਰ ਸਕਦੇ ਹਨ। ਪਰ ਅਗਰ ਸਾਨੂੰ ਝਾਤ ਮਾਰਨੀ ਹੈ ਬਾਣੀ ਦੇ ਅਨੁਸਾਰ, ਤੇ ਬਾਣੀ ਜਿਹੜਾ ਹੈ ਉਹ ਕਹਿੰਦੀ ਹੈ ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੀ। ਅੰਧਾ ਉਹਨਾਂ ਨੂੰ ਨਾ ਕਹੋ ਜਿਨ੍ਹਾਂ ਦੇ ਲੋਇਣ ਨਹੀਂ ਨੇ, ਕਹਿਣ ਤੋਂ ਭਾਵ ਜਿਨ੍ਹਾਂ ਦੀ ਅੱਖਾਂ ਨਹੀਂ ਹੈ, ਜਿਨ੍ਹਾਂ ਦੇ ਮੁਖ ਤੇ ਅੱਖਾਂ ਨਹੀਂ ਹਨ। ਅੰਧੇ ਸਹੀ ਨਾਨਕਾ ਖਸਮੋ ਭੁੱਥੇ ਜਾਹੇ। ਅਸਲ ਅੰਧੇ ਉਹ ਨੇ ਜਿਹੜੇ ਆਪਣੇ ਗੁਰੂ ਤੋਂ ਬੇਮੁਖ ਹੋ ਗਏ, ਜਿਹੜੇ ਕੁਰਾਹੇ ਪੈ ਗਏ, ਜਿਹੜੇ ਗੰਦੇ ਰਾਹ ਤੇ ਤੁਰਦੇ ਹਨ। ਗੁਰੂ ਸਾਹਿਬ ਉਹਨਾਂ ਨੂੰ ਅਸਲ ਅੰਧੇ ਕਹਿੰਦੇ ਆ। ਤੇ ਅਸੀਂ ਅਰਦਾਸ ਕਰਦੇ ਆ ਨਾ, ਹਮ ਅੰਧਲੇ ਅੰਧ ਵਿਖੈ ਬਿਖਰਾਤੇ ਕਿਉਂ ਚਾਲਹਿ ਗੁਰ ਚਾਲੀ। ਬਈ ਅਸੀਂ ਅੰਧੇ ਜਿਹੜੇ ਹਾਂ, ਗਿਆਨਹੀਨ ਆ, ਅਸਲ ਜਿਹੜੇ ਗਿਆਨਹੀਨ ਆ, ਅੰਧੇ ਹਾਂ, ਕਿਵੇਂ ਅਸੀਂ ਰਾਹ ਤੇ ਤੇਰੇ ਚੱਲ ਸਕਦੇ ਹਾਂ? ਗੁਰੂ ਸਾਹਿਬ ਕਹਿੰਦੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਕਿ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਆਪਣਾ ਪੱਲਾ ਫੜਾ ਦੇਣ, ਤੇ ਉਸ ਪੱਲੇ ਨੂੰ ਫੜ ਕੇ ਹੀ ਅਸੀਂ ਪੂਰਾ ਜਿਹੜਾ ਮਾਰਗ ਹੈ, ਜਿਹੜਾ ਪਿੰਡ ਹੈ ਸਾਡਾ ਇਸ ਦੁਨੀਆ ਦਾ, ਉਸ ਨੂੰ ਪਾਰ ਕਰ ਸਕਦੇ ਹਾਂ। ਬਰਕਤ ਕੀ ਹੈ? ਸੁਣਿਆ। ਸੁਣਨ ਦੇ ਨਾਲ ਕੀ ਹੋਏਗਾ? ਜਿਹੜੇ ਗਿਆਨਹੀਨ ਮਨੁੱਖ ਹਨ ਉਹਨਾਂ ਨੂੰ ਵੀ ਗਿਆਨ ਹੋ ਜਾਂਦਾ। ਇਹ ਕਹਿਣ ਤੋਂ ਭਾਵ ਜਿਹੜਾ ਹੈ ਉਹ ਰਾਹ ਤੋਂ ਭਾਵ ਮਾਰਗ ਕਿੱਥੋਂ ਮਿਲਦਾ ਜੀ? ਭੂਲੇ ਮਾਰਗ ਜਿਨ੍ਹੈ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰੂ ਜਿਹੜਾ ਹੈ ਉਹਨਾਂ ਨੂੰ ਵੀ, ਅਗਿਆਨੀਆਂ ਨੂੰ ਵੀ, ਅਗਿਆਨੀ ਨਹੀਂ ਰਹਿਣ ਦਿੰਦਾ,
ਨਾਮ ਦੀ ਬਰਕਤ ਸੁਣਨ ਦੇ ਨਾਲ ਉਹਨਾਂ ਨੂੰ ਵੀ ਗਿਆਨੀ ਬਣਾ ਲੈਂਦਾ ਹੈ। ਇਹੀ ਵਡਿਆਈ ਹੈ ਨਾਮ ਦੀ, ਸੁਣਨ ਦੀ। ਸੁਣਨਾ ਬੜਾ ਜ਼ਰੂਰੀ ਹੈ। ਸੁਣਿਆ ਹਾਥ ਹੋਵੇ ਅਸਗਾਹ। ਅਸਗਾਹ ਤੋਂ ਭਾਵ ਹੈ ਡੂੰਘਾ। ਅਜਿਹਾ ਜਿਹੜਾ ਦੁਨੀਆ ਹੈ, ਇਹਦੀ ਡੂੰਘਾਈ ਵੈਸੇ ਕਿਹਾ ਜਾ ਸਕਦਾ ਹੈ ਕਿ ਇਹਦਾ ਕੋਈ ਅੰਤ ਨਹੀਂ ਹੈ। ਰੋਜ਼ ਤੋਂ ਰੋਜ਼ ਨਵੀਂ ਤੋਂ ਨਵੀਂ ਖੋਜ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਮਨੁੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਹਰ ਸਾਲ 6 ਮਹੀਨੇ ਦੇ ਅੰਦਰ ਟੈਕਨੋਲੋਜੀ ਤੋਂ ਕਾਫੀ ਹੱਦ ਤੱਕ ਪਿੱਛੇ ਹੀ ਪਾਉਂਦਾ ਹੈ। ਟੈਕਨੋਲੋਜੀ ਕਿੱਥੇ ਲੰਘ ਜਾਂਦੀ ਤਾਂ ਮਨੁੱਖ ਕਿੱਥੇ ਰਹਿ ਜਾਂਦਾ ਹੈ। ਤੇ ਕਹਿਣ ਤੋਂ ਭਾਵ ਇਹ ਆ ਕਿ ਅਗਰ ਅਸੀਂ ਦੁਨਿਆਵੀ ਪੱਧਰ ਤੇ ਗੱਲ ਕਰੀਏ ਤੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਬਈ ਜਿਵੇਂ ਉਹ ਦਾਤਾ ਬੇਅੰਤ ਹੈ, ਉਹਦੀ ਕੁਦਰਤ ਵੀ ਬੇਅੰਤ ਹੈ। ਇਹਦਾ ਕੋਈ ਅੰਤ ਨਹੀਂ ਹੈ। ਰੋਜ਼ ਨਵੀਂ ਤੋਂ ਨਵੀਂ ਕਾਢਾਂ ਹੋ ਰਹੀਆਂ, ਨਵੀਂ ਤੋਂ ਨਵੀਂ ਖੋਜਾਂ ਹੋ ਰਹੀਆਂ, ਰਿਸਰਚਿਸ ਹੋ ਰਹੀਆਂ ਤੇ ਅਜੇ ਹੋਰ ਪਤਾ ਨਹੀਂ ਕੀ ਆਉਣਾ ਹੈ। ਕਿਸੇ ਨੂੰ ਨਹੀਂ ਪਤਾ ਸੀਗਾ ਕਿ ਜਿਹੜੀ ਨਾ ਦਿਖਣ ਵਾਲੀ ਚੀਜ਼ ਹੈ ਉਹਦੀ ਵੀ ਕੋਈ ਕਾਢ ਕੱਢ ਸਕਦਾ ਹੈ। ਜਿਵੇਂ ਕਿ ਅਸੀਂ ਵਾਈਫਾਈ, ਕਹਿਣਾ ਬੜਾ ਆਸਾਨ ਹੈ ਕਿ ਵਾਈਫਾਈ, ਪਰ ਵਾਈਫਾਈ ਕਿਹਨੇ ਖੋਜ ਲਿਆ, ਕਿੱਥੋਂ ਖੋਜ ਲਿਆ, ਕਿਵੇਂ ਹੋਇਆ, ਕਿਹਨੂੰ ਪਤਾ ਲੱਗਿਆ ਵੀ ਇਸ ਤਰੀਕੇ ਦੇ ਨਾਲ ਕਨੈਕਟੀਵਿਟੀ ਹੋ ਸਕਦੀ ਹੈ। ਇਹ ਸਾਰਾ ਕੀ ਹੈ? ਇਹ ਕਿਤੇ ਨਾ ਕਿਤੇ ਦਾਤਾ ਜਿਹੜਾ ਹੈ ਨਾ, ਕਨੈਕਸ਼ਨ ਹੈ ਜਿਹੜਾ, ਉਹ ਬੜਾ ਕੁਝ ਕਰਵਾ ਸਕਦਾ ਹੈ। ਨਹੀਂ ਤਾਂ ਨਾ ਵਿਖਣ ਵਾਲੀ ਚੀਜ਼ ਦਾ ਅਵਿਸ਼ਕਾਰ ਹੋ ਜਾਏ, ਬੜੀ ਕਮਾਲ ਦੀ ਗੱਲ ਹੈ। ਕਹਿਣਾ ਬੜਾ ਆਸਾਨ ਲੱਗਦਾ ਹੈ ਵਾਈਫਾਈ, ਵਰਡ ਬੜਾ ਛੋਟਾ ਹੈ ਪਰ ਇਹਦੇ ਪਿੱਛੇ ਡੂੰਘਾਈ ਬਹੁਤ ਵੱਡੀ ਹੈ। ਇਸੇ ਤਰੀਕੇ ਨਾਲ ਜਿਹੜੇ ਨਾਮ ਸੁਣਦੇ ਆ ਉਹਨਾਂ ਨੂੰ ਕੀ ਬਰਕਤ ਮਿਲਦੀ ਹੈ? ਹਾਥ ਹੋਵੇ ਅਸਗਾਹ। ਕਹਿਣ ਤੋਂ ਭਾਵ ਇਸ ਜਿਹੜੀ ਸੰਸਾਰਕ ਜਿਹੜੀ ਡੂੰਘਾਈ ਹੈ ਉਹਦਾ ਉਹਨਾਂ ਨੂੰ ਅੰਦਾਜ਼ਾ ਲੱਗ ਜਾਂਦਾ। ਕਹਿਣ ਤੋਂ ਭਾਵ ਉਹਨਾਂ ਨੂੰ ਦੁਨੀਆ ਜੀਣ ਦਾ ਕਹਿ ਸਕਦੇ ਹਾਂ ਕਿ ਤਰੀਕਾ ਆ ਜਾਂਦਾ ਹੈ। ਉਹਨਾਂ ਨੂੰ ਜ਼ਿੰਦਗੀ ਜੀਣ ਦੀ ਜਾਚ ਆ ਜਾਂਦੀ ਹੈ। ਕਿਹਨਾਂ ਨੂੰ ਆ ਜਾਂਦੀ ਹੈ? ਜਿਹੜੇ ਨਾਮ ਸੁਣਨਾ ਸ਼ੁਰੂ ਕਰ ਦਿੰਦੇ ਆ। ਪਹਿਲੇ ਜ਼ਮਾਨੇ ਵਿੱਚ ਜਿਵੇਂ ਅੱਜ ਅਸੀਂ ਸੈਂਟੀਮੀਟਰ ਦੇ ਨਾਲ ਮਾਪਦੇ ਹਾਂ, ਇੰਚਿਸ ਵਿੱਚ ਮਾਪਦੇ ਹਾਂ, ਲੀਟਰ ਵਿੱਚ ਮਾਪਦੇ ਹਾਂ, ਪਰ ਜੋ ਪਹਿਲਾ ਸਮਾਂ ਸੀਗਾ, ਅਗਰ ਤੁਸੀਂ ਕਦੇ ਕੋਈ ਪਹਿਲੇ ਬਣੀ ਹੋਈ ਕੋਈ ਮੂਵੀ ਅਗਰ ਦੇਖੀ ਹੋਏ ਜਾਂ ਫਿਰ ਕਿਸੇ ਵੱਡੇ ਬਜ਼ੁਰਗ ਨਾਲ ਅਗਰ ਗੱਲ ਕਰੋ ਤਾਂ ਉਹ ਆਪ ਜੀ ਨੂੰ ਦੱਸ ਸਕਦੇ ਹਨ ਕਿ ਪਹਿਲਾਂ ਜਿਹੜਾ ਨਾ ਮਾਪਣ ਦਾ ਇੱਕ ਹੋਰ ਤਰੀਕਾ ਸੀਗਾ, ਉਹ ਸੀਗਾ ਹੱਥ। ਜਦੋਂ ਮਾਪਣ ਦੇ ਹੋਰ ਕੋਈ ਤਰੀਕੇ ਨਹੀਂ ਸੀਗੇ ਤੇ ਹੱਥਾਂ ਦੇ ਨਾਲ ਮਾਪਿਆ ਜਾਂਦਾ ਸੀ। ਬਈ ਇਹ ਜੋ ਬਿਲਡਿੰਗ ਹੈ ਇਹ ਕਿੰਨੇ ਹੱਥ ਦੀ ਹੈ, ਇਸ ਤਰੀਕੇ ਦੇ ਨਾਲ ਵੀ ਪਹਿਲੇ ਮਾਪੇ ਜਾਂਦੇ ਸੀ। ਇਹ ਕਹਿ ਸਕਦੇ ਹਾਂ ਕਿ ਤਰੀਕਾ ਹੁੰਦਾ ਸੀ ਨਾਪਣ ਦਾ ਕੋਈ ਚੀਜ਼। ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਭਾਈ ਜਿਹੜਾ ਨਾਮ ਸੁਣਦਾ ਹੈ ਉਹਨੂੰ ਬਰਕਤ ਪੈਂਦੀ ਹੈ ਉਹਦੇ, ਔਰ ਉਹਨੂੰ ਕੀ ਮਿਲਦਾ ਹੈ? ਹਾਥ ਹੋਵੇ ਅਸਗਾਹ। ਉਸ ਨੂੰ ਜਿਹੜਾ ਇਹ ਸੰਸਾਰ ਜਿਹੜਾ ਸਮੁੰਦਰ ਹੈ, ਡੂੰਘਾ ਸਮੁੰਦਰ ਹੈ, ਇਹ ਮਾਇਆ ਦਾ ਜਿਹੜਾ ਸਮੁੰਦਰ ਹੈ, ਇਹਦੀ ਸੋਝੀ ਹੋ ਜਾਂਦੀ ਹੈ। ਫਿਰ ਉਹ ਇਸ ਵਿੱਚ ਫਸਦਾ ਨਹੀਂ, ਇਸ ਵਿੱਚ ਤੈਰਨਾ ਸਿੱਖ ਜਾਂਦਾ ਹੈ। ਇਹ ਨਾਮ ਸੁਣਨ ਦੀ ਵਡਿਆਈ ਦੇ ਨਾਲ ਹੀ ਹੁੰਦਾ ਹੈ। ਹਮੇਸ਼ਾ ਅਸੀਂ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ। ਕਈ ਵਾਰ ਹੁੰਦਾ ਕਿ ਅਸੀਂ ਪੂਰੀ ਵੀਡੀਓ ਨਹੀਂ ਸੁਣ ਸਕਦੇ ਕਿਉਂਕਿ ਉਹੀ ਗੱਲ ਆ ਜਾਂਦੀ ਦੁਬਾਰਾ ਕਿ ਜਿਹੜਾ ਸੁਣਨਾ ਹੈ ਨਾ ਉਹ ਇੰਨਾ ਸੌਖਾ ਨਹੀਂ ਜਿੰਨਾ ਸੌਖਾ ਸੁਣਾਉਣਾ ਹੈ। ਤੇ ਕਈ ਵਾਰ ਲੱਗਦਾ ਕਿ ਹਾਂ ਇਹ ਤਾਂ ਸੁਣਿਆ ਹੀ ਹੋਇਆ, ਪਰ ਨਹੀਂ, ਪਤਾ ਨਹੀਂ ਇੱਕ ਵਾਰ ਸੁਣ ਕੇ ਕੀ ਮਿਲਦਾ ਤੇ ਉਸੇ ਚੀਜ਼ ਨੂੰ ਬਾਰ-ਬਾਰ ਸੁਣ ਕੇ ਕੀ ਮਿਲਦਾ ਹੈ, ਇਹ ਬਾਰ-ਬਾਰ ਸੁਣ ਕੇ ਹੀ ਪਤਾ ਲੱਗ ਸਕਦਾ ਹੈ। ਅਗਰ ਕੋਈ ਇੱਕ ਚੀਜ਼ ਸਵਾਦ ਲੱਗਦੀ ਹੈ ਨਾ, ਤੁਹਾਨੂੰ ਬੰਦਾ 10 ਵਾਰ ਖਾਣ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਪੇਟ ਭਰਿਆ ਹੋਏ, ਤਾਂ 2-4 ਦਿਨ ਬਾਅਦ ਫਿਰ ਕਹਿੰਦਾ ਕਿ ਉਹ ਚੀਜ਼ ਨੂੰ ਦੁਬਾਰਾ ਬਣਾਇਆ ਜਾਏ, ਉਹ ਸਵਾਦ ਬੜੀ ਲੱਗੀ। ਤੇ ਜਿਸ ਦਿਨ ਨਾਮ ਦਾ ਰਸ ਆਉਣ ਲੱਗ ਜਾਂਦਾ ਨਾ, ਫਿਰ ਉਹ ਸਮਾਂ ਨਹੀਂ ਵੇਖਦਾ, ਫਿਰ ਵੇਖਦਾ ਯਾਰ ਸਵਾਦ ਬੜਾ ਆ ਰਿਹਾ ਹੈ, ਇਸ ਨੂੰ ਖਾਣਾ ਹੈ, ਬਸ ਉਹ ਫਿਰ ਇਸ ਵਿੱਚ ਚੁੱਭੀ ਮਾਰਦਾ ਹੈ। ਫਿਰ ਵੇਖਦਾ ਨਹੀਂ ਵੀ ਮੇਰੇ ਕੱਪੜੇ ਗਿੱਲੇ ਹੋ ਗਏ, ਫਿਰ ਨਹੀਂ ਵੇਖਦਾ, ਫਿਰ ਸਮਾਂ ਨਹੀਂ ਵੇਖਦਾ। ਤੇ ਇਸ ਤਰੀਕੇ ਨਾਲ ਨਾਨਕ ਭਗਤਾ ਸਦਾ ਵਿਗਾਸ, ਕਿਉਂਕਿ ਦੇਖੋ ਪ੍ਰੇਮ ਰਸ ਜਿਹੜਾ ਹੈ ਨਾ ਉਹ ਭਗਤਾਂ ਕੋਲ ਹੀ ਪਾਇਆ ਹੈ। ਬਾਕੀ ਤੁਸੀਂ ਕਿਸੇ ਪ੍ਰੋਫੈਸਰ ਨਾਲ ਗੱਲ ਕਰੋ, ਉਹ ਤੁਹਾਨੂੰ ਗਿਆਨ ਦੇ ਸਕਦਾ, ਹੋ ਸਕਦਾ ਬੜਾ ਵੱਡਾ ਗਿਆਨੀ ਹੋਏ। ਕਿਸੇ ਸਾਇੰਟਿਸਟ ਨਾਲ ਗੱਲ ਕਰੋ ਜਾਂ ਡਾਕਟਰ ਨਾਲ ਗੱਲ ਕਰੋ, ਹੋ ਸਕਦਾ ਉਹਦੇ ਕੋਲ ਐਜੂਕੇਸ਼ਨ ਬਹੁਤ ਅੱਛੀ ਹੋਏ, ਪਰ ਜ਼ਰੂਰੀ ਨਹੀਂ ਕਿ ਉਹਦੇ ਨਾਲ ਨਾਲ ਉਹਦੇ ਕੋਲ ਪ੍ਰੇਮਾ ਭਗਤੀ ਹੋਏ। ਇਹ ਵਿਲਿਆ ਕਿਉਂ ਹੁੰਦੀ? ਇਸ ਕਾਰਨ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਭਗਤ ਜਨ ਹੁੰਦੇ ਆ ਨਾ, ਇਹਨਾਂ ਕੋਲ ਹਮੇਸ਼ਾ ਹੀ ਖਿੜਾਵ ਬਣਿਆ ਰਹਿੰਦਾ ਹੈ। ਇਹ ਇੱਕ ਅਲੱਗ ਹੀ ਰੰਗ ਵਿੱਚ ਜਿੰਦੇ ਆਪਣੀ ਜ਼ਿੰਦਗੀ, ਵਿਕਾਸ, ਆਨੰਦ, ਖੁਸ਼ੀ, ਖੇੜਾ, ਜਿੱਥੇ ਕਿਤੇ ਦੁੱਖ ਹੀ ਨਹੀਂ ਹੈ। ਸੁਣਿਆ ਦੁੱਖ ਪਾਪ ਕਾ ਨਾਸ। ਸੁਣਨ ਦੀ ਮਹਿਮਾ ਹੀ ਇਹੀ ਹੈ ਕਿ ਸਾਡੇ ਜਿਹੜੇ ਦੁੱਖ ਤੇ ਪਾਪ ਹੈ ਇਹ ਨਾਸ ਹੋ ਜਾਂਦੇ ਆ, ਦੂਰ ਹੋ ਜਾਂਦੇ ਆ, ਪਰ ਸ਼ਰਤ ਇੱਕੋ ਹੀ ਹੈ,
ਸੁਣਿਆ ਜੇ ਕੋਈ ਸੁਣ ਲਵੇ, ਪਰ ਔਖਾ ਹੀ ਬੜਾ ਹੈ, ਸੁਣਨਾ ਔਖਾ ਬੜਾ ਹੈ। ਅਸੀਂ ਪੂਰੀ ਦਿਨ ਵਿੱਚ ਬੜੀ ਮੁਸ਼ਕਲ ਨਾਲ ਅਗਰ ਕੁਝ ਸਮਾਂ ਕੱਢਦੇ ਵੀ ਹਾਂ ਤੇ ਉਸ ਵਿੱਚ ਵੀ ਅਸੀਂ ਧਿਆਨ ਨਹੀਂ ਕੱਢ ਸਕਦੇ। ਕਹਿਣ ਤੋਂ ਭਾਵ ਇਹ ਆ, ਬੈਠੇ ਤੇ ਪਾਠ ਕਰਨਾ, ਪਰ ਧਿਆਨ ਕਿੱਥੇ ਹੋ ਰਹੀ ਹੈ। ਪਰ ਹੁਣ ਕੀ ਕਰੀਏ? ਧਿਆਨ ਦੇ ਨਾਲ ਪਾਠ ਕਰੀਏ, ਪਹਿਲਾ ਕੁਐਸਚਨ ਇਹ ਆਉਂਦਾ। ਦੂਜਾ ਕੁਐਸਚਨ ਇਹ ਆਉਂਦਾ ਹੈ ਕਿ ਵੀ ਪਾਠ ਕਰੀਏ ਤੇ ਕਰ ਕਰਕੇ ਅਜਿਹੀ ਆਦਤ ਬਣੇ ਮਨ ਨੂੰ ਕਿ ਸਾਡਾ ਧਿਆਨ ਲੱਗਣਾ ਸ਼ੁਰੂ ਹੋ ਜਾਏ। ਤੇ ਬਿਲਕੁਲ ਗੱਲ ਠੀਕ ਹੈ, ਕਿਉਂਕਿ ਸਿੱਧਾ ਤੁਸੀਂ ਅਗਰ ਕੋਸ਼ਿਸ਼ ਕਰਾਂਗੇ ਕਿ ਬਈ ਧਿਆਨ ਦੇ ਨਾਲ ਪਾਠ ਕਰੀਏ, ਤੇ ਧਿਆਨ ਕੀ ਹੈ? ਧਿਆਨ ਇੱਕ ਕਹਿ ਸਕਦੀ ਹਾਂ ਕਿ ਇਹ ਵੀ ਇੱਕ ਅਵਸਥਾ ਹੈ। ਇਹ ਸਿੱਧਾ ਨਹੀਂ ਮਿਲ ਜਾਂਦੀ ਕਿ ਹਾਂਜੀ ਕੋਈ ਬਟਨ ਦਬਾਇਆ ਤੇ ਧਿਆਨ ਲੱਗ ਜਾਏਗਾ, ਨਹੀਂ। ਇਹ ਅਵਸਥਾ ਹੈ, ਇਸ ਲਈ ਮਸ਼ੱਕਤ ਘਾਲਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਤਾਂ ਜਾ ਕੇ ਕਿਤੇ ਗੁਰੂ ਸਾਹਿਬ ਕਿਰਪਾ ਕਰਦੇ ਆ ਤੇ ਕਿਤੇ ਨਾ ਕਿਤੇ ਅਸੀਂ ਆਪਣੇ ਨਾਲ ਬੈਠ ਸਕਦੇ ਹਾਂ, ਨਹੀਂ ਤਾਂ ਕਿੱਥੇ ਬੈਠਿਆ ਜਾਂਦਾ ਹੈ। ਇਹ ਗੁਰੂ ਸਾਹਿਬ ਦੀ ਕਿਰਪਾ ਹੋਏ ਤਾਂ ਹੀ ਹੋ ਸਕਦਾ। ਜੇ ਅਸੀਂ ਵਾਰ-ਵਾਰ ਵਿਚਾਰਾਂ ਨੂੰ ਸੁਣਾਂਗੇ, ਇੱਕ ਪੌੜੀ ਦੇ ਅਰਥ ਨੂੰ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਜਿੰਨੀ ਵਾਰ ਹੋ ਸਕੇ ਪਹਿਲੇ ਉਸ ਨੂੰ ਹੀ ਅਸੀਂ ਵਾਰ-ਵਾਰ ਸੁਣੀਏ, ਫਾਇਦਾ ਤਾਂ ਹੀ ਹੈ। ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਇੱਕ ਚੀਜ਼ ਨੂੰ 10 ਵਾਰ ਸੁਣੋ ਤੇ 10 ਚੀਜ਼ਾਂ ਨੂੰ ਇੱਕ ਵਾਰ ਸੁਣੋ, ਆਪਣੇ ਆਪ ਤੁਹਾਨੂੰ ਫਰਕ ਸਮਝ ਆ ਜਾਏਗਾ। ਤੁਸੀਂ ਕਹੋਗੇ ਜਿਹੜੀ ਇੱਕ ਚੀਜ਼ ਮੈਂ 10 ਵਾਰ ਸੁਣੀ ਸੀ ਨਾ, ਉਹ ਮੇਰੇ ਲਈ ਜ਼ਿਆਦਾ ਫਾਇਦੇਮੰਦ ਹੈ ਕਿ ਬਸ਼ਰਤੇ ਕਿ ਜਿਹੜੀ 10 ਚੀਜ਼ਾਂ ਮੈਂ ਇੱਕ ਵਾਰ ਸੁਣ ਲਈਆਂ, ਕਿਉਂਕਿ ਉਹ ਤੇ ਫਿਰ ਸਾਰੀ ਹਵਾ ਹੀ ਹੋ ਗਈਆਂ। ਜੇ ਸਾਰੀ ਹਵਾ ਹੀ ਕਰਨੀ ਹੈ, ਫਿਰ ਉਹ ਜਿਹੜਾ ਉਹਦਾ ਮਕਸਦ ਹੈ ਉਹ ਪੂਰਾ ਕਿਵੇਂ ਹੋਏਗਾ? ਪੂਰਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉਸ ਵੱਲ ਥੋੜਾ ਜਿਹਾ ਇਮਾਨਦਾਰੀ ਦੇ ਨਾਲ ਬਹਿ ਕੇ ਸਮਾਂ ਕੱਢਾਂਗੇ। ਗੁਰੂ ਸਾਹਿਬ ਕਢਵਾਣਗੇ। ਗੁਰੂ ਸਾਹਿਬ ਹੈ ਇਹ ਤਰਾਹਪਤ ਪੌੜੀਆਂ ਚੜੀਏ ਹੋਏ 21। ਇਹ ਜਿਹੜੀਆਂ ਪੌੜੀਆਂ ਨੇ ਨਾ, ਚੜ ਕੇ ਹੀ ਗੁਰੂ ਜਿਹੜਾ ਹੈ ਨਾ, ਉਹ ਗੁਰੂ ਕਿਰਪਾ ਕਰਦਾ ਹੈ, ਉਸ ਤੋਂ ਬਗੈਰ ਨਹੀਂ। ਤੇ ਸਾਨੂੰ ਬੱਚਾ ਬਣ ਕੇ, ਕੋਈ ਗੱਲ ਨਹੀਂ 5 ਮਿੰਟ 10 ਮਿੰਟ ਹੋਰ ਸਹੀ, ਪਰ ਮੈਨੂੰ ਅੱਜ ਕੁਝ ਲੈ ਕੇ ਜਾਣਾ ਹੈ, ਕੁਝ ਲਾਹਾ ਕੱਟਣਾ ਹੈ, ਇਮਾਨਦਾਰੀ ਨਾਲ ਬਹਿ ਕੇ ਵੇਖਣਾ ਹੈ। ਫਿਰ ਗੁਰੂ ਸਾਹਿਬ ਜਿਹੜੀ ਸਾਡੀ ਭਾਵਨਾ ਹੋਏਗੀ ਨਾ, ਉਸ ਤਰੀਕੇ ਦੇ ਨਾਲ ਉਹ ਵੀ ਕਹਿੰਦੇ ਆ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਫਿਰ ਗੁਰੂ ਸਾਹਿਬ ਵੀ ਸਾਡੀ ਅਗਵਾਈ ਕਰਦੇ ਆ, ਪਰ ਬਸ਼ਰਤੇ ਹੀ ਹੈ, ਉਹ ਵੀ ਵੇਖਣਾ ਚਾਹੁੰਦੇ ਆ ਜਿਹਨੂੰ ਮੈਂ ਇਹ ਮਨੁੱਖਾ ਦੇਹੀ ਦਿੱਤੀ ਹੈ, ਉਹ ਕੀ ਕਰਦਾ ਹੈ, ਕਿ ਸੱਚ ਵਿੱਚ ਉਹ ਵੀ ਇਹ ਚਾਹੁੰਦਾ ਹੈ। ਇੱਕ ਵਾਰ ਚਾਹ ਕੇ ਤੇ ਦੇਖੀਏ। ਅਸੀਂ ਵੈਸੇ ਵੀ ਆਮ ਕਹਾਵਤ ਕਹਿੰਦੇ ਆ, ਜਿੱਥੇ ਚਾਹ ਉੱਥੇ ਰਾਹ, ਤੇ ਗੁਰੂ ਸਾਹਿਬ ਬਿਲਕੁਲ ਕਿਰਪਾ ਕਰਦੇ ਆ। ਸੱਚ ਵਿੱਚ ਸਾਡੇ ਦੁੱਖ ਤੇ ਪਾਪ ਜਿਹੜੇ ਆ ਉਹ ਬਿਲਕੁਲ ਦੂਰ ਹੋ ਸਕਦੀ ਆ। ਸ਼ਰਤ ਇੱਕੋ ਹੈ, ਨਾਮ ਸੁਣਨਾ ਪਏਗਾ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਸਾਰੇ ਨਾਮ ਸੁਣੀਏ, ਨਾਮ ਦੇ ਰਸੀਏ ਬਣੀਏ, ਨਿੰਦਾ ਚੁਗਲੀ ਛੱਡ ਕੇ ਨਾਮ ਜਪੀਏ। ਜੇ ਤੁਸੀਂ ਅਜੇ ਤੱਕ ਇਹ ਵੀਡੀਓ ਸੁਣ ਰਹੇ ਹੋ ਨਾ, ਇਹ ਮੇਰੀ ਗਾਰੰਟੀ ਹੈ, ਗੁਰੂ ਦੇ ਭਰੋਸੇ ਤੇ ਕਹਿ ਰਿਹਾ ਕਿ ਤੁਹਾਡੇ ਵਿੱਚ ਸੱਚ ਵਿੱਚ ਸੁਣਨ ਦੀ ਜਿਹੜੀ ਹੈ ਨਾ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਤੁਸੀਂ ਸੁਣ ਸਕਦੇ ਹੋ। ਬਸ ਹੁਣ ਇੱਕ ਕਿਰਪਾ ਹੋਰ ਕਰਨੀ ਹੈ ਕਿ ਇਹ ਜੋ ਕਿਰਪਾ ਹੈ ਨਾ, ਇਸ ਨੂੰ ਸਾਂਭਣਾ ਹੈ। ਜਿਸਨੇ ਇਸ ਨੂੰ ਸਾਂਭ ਲਿੱਤਾ ਸੱਚ ਵਿੱਚ, ਉਹ ਫਿਰ ਗੁਣਾਂ ਦਾ ਮਾਲਕ ਹੋ ਜਾਏਗਾ, ਉਹ ਸੂਝਵਾਨ ਹੋ ਜਾਏਗਾ। ਉਸ ਵਿੱਚ ਹੀ ਇਹ ਸਾਰੇ ਗੁਣ ਆਉਣਗੇ, ਔਰ ਗੁਰੂ ਸਾਹਿਬ ਕਿਰਪਾ ਕਰਨਗੇ, ਦੁੱਖ ਤੇ ਪਾਪ ਦਾ ਨਾਸ ਹੋਏਗਾ ਹੀ ਹੋਏਗਾ, ਕਿਉਂਕਿ ਉਹ ਆਪ ਇਹ ਗੁਣ ਬਖਸ਼ਦੇ ਆ ਕਿ ਜਿਹੜਾ ਸੁਣ ਸਕਦਾ ਹੈ। ਕਿਉਂਕਿ ਧਰਮ ਦੀ ਸ਼ੁਰੂਆਤ ਹੀ ਜਿਹੜੀ ਹੈ ਨਾ, ਉਹ ਸੁਣਨ ਤੋਂ ਹੁੰਦੀ ਹੈ। ਜਿਹੜਾ ਅੱਛਾ ਸੁਣ ਸਕਦਾ ਹੈ, ਉਹੀ ਅੱਛਾ ਅੱਗੇ ਬੋਲ ਸਕਦਾ ਹੈ, ਤੇ ਜੋ ਅਸੀਂ ਬੋਲ ਰਹੇ ਹਾਂ ਉਸ ਨੂੰ ਹੀ ਸੁਣਨਾ ਹੈ। ਵਾਹਿਗੁਰੂ ਵਾਹਿਗੁਰੂ ਸਭ ਤੋਂ ਵਧੀਆ ਗੱਲ ਹੈ ਜਿਹੜੀ ਅਸੀਂ ਸੁਣ ਸਕਦੇ ਹਾਂ, ਜਿਹੜੀ ਅਸੀਂ ਬੋਲ ਸਕਦੇ ਹਾਂ। ਇਸ ਦੇ ਉੱਪਰ ਨਹੀਂ ਵਿਚਾਰ, ਇਸ ਤੋਂ ਉੱਪਰ ਕੋਈ ਵਿਚਾਰ ਹੀ ਨਹੀਂ ਹੈ। ਜੇ ਅਸੀਂ ਇਹ ਕੰਮ ਕਰ ਸਕਦੇ ਹਾਂ ਤੇ ਕੋਸ਼ਿਸ਼ ਕਰੀਏ, ਕੁਝ ਸਮਾਂ ਕੱਢ ਕੇ ਬੈਠੀਏ, ਪਿਆਰ ਵਿੱਚ ਇਮਾਨਦਾਰੀ ਨਾਲ ਬੈਠੀਏ, ਕੋਸ਼ਿਸ਼ ਕਰੀਏ ਕਿ ਲਾਹੇ ਉੱਪਰ ਘਾਲੀਏ। ਗੁਰੂ ਸਾਹਿਬ ਮਿਹਰ ਕਰਨ, ਸਭ ਤੇ ਆਪਣਾ ਮਿਹਰ ਪ੍ਰਿਆਤ ਰੱਖਣ ਜੀ। ਭੁੱਲਾ ਚੁੱਕਾ ਦੀ ਖਿਮਾ ਕਰ ਦੇਣਾ ਜੀ। ਆਪ ਜੀ ਨੂੰ ਜਿਵੇਂ ਪਤਾ ਹੀ ਹੈ ਕਿ ਹਮੇਸ਼ਾ ਇੱਕ ਬੇਨਤੀ ਜ਼ਰੂਰ ਕੀਤੀ ਜਾਂਦੀ ਹੈ ਕਿ ਅਗਰ ਆਪ ਜੀ ਦਾ ਕੋਈ ਸਵਾਲ ਹੋਏ ਤੇ ਆਪ ਜੀ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਜੀ। ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਬੈਨੀਫਿਟ ਇਹ ਹੁੰਦਾ ਸਬਸਕ੍ਰਾਈਬ ਕਰਨ ਦਾ ਕਿ ਆਪ ਜੀ ਕੋਲ ਜੋ ਵੀ ਵੀਡੀਓ ਅਪਲੋਡ ਹੁੰਦੀ ਹੈ, ਨਾਲ ਦੇ ਨਾਲ ਆਪ ਜੀ ਕੋਲ ਇੱਕ ਨੋਟੀਫਿਕੇਸ਼ਨ ਆ ਜਾਂਦਾ ਹੈ। ਇਸ ਲਈ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਦਾ ਮਕਸਦ ਕੀ ਹੈ ਉਹ ਵੀ ਤੁਹਾਨੂੰ ਪਤਾ ਹੈ। ਲਾਈਕ ਕਰਨ ਦੇ ਨਾਲ ਇੱਕ ਹੌਸਲਾ ਅਫਜ਼ਾਈ ਮਿਲਦੀ ਹੈ ਕਿ ਅਸੀਂ ਇਸ ਉਪਰਾਲੇ ਨੂੰ ਹੋਰ ਵੱਧ ਚੜ੍ਹ ਕੇ ਚਾਅ ਦੇ ਨਾਲ ਨਿਭਾਈਏ
ਤੇ ਜਦ ਤੁਸੀਂ ਸ਼ੇਅਰ ਕਰਦੇ ਹੋ ਤੇ ਆਪ ਤੇ ਤੁਸੀਂ ਲਾਹਾ ਲੈਂਦੇ ਹੀ ਹੋ ਤੇ ਨਾਲ ਦੇ ਨਾਲ ਜਿਹਨੂੰ ਸ਼ੇਅਰ ਕਰਦੇ ਹੋ ਉਹ ਵੀ ਲਾਹਾ ਲੈ ਸਕਦਾ ਹੈ। ਅਗਰ ਅਸੀਂ ਕਿੱਥੇ ਜਾਂਦੇ ਹਾਂ, ਇੱਕ ਪੀਜ਼ਾ ਦਾ ਸਾਨੂੰ ਸਵਾਦ ਆਉਂਦਾ, ਇੱਕ 버ਗਰ ਦਾ ਸਾਨੂੰ ਸਵਾਦ ਆਉਂਦਾ, ਅਸੀਂ 10 ਜਗ੍ਹਾ ਦੱਸਦੇ ਹਾਂ, ਰਿਕਮੈਂਡ ਕਰਦੇ ਹਾਂ ਕਿ ਭਾਈ ਉਸ ਫਲਾਣੀ ਦੁਕਾਨ ਤੇ ਜਾਈਂ, ਉਹਦਾ ਪੀਜ਼ਾ ਬੜਾ ਸਵਾਦ ਹੁੰਦਾ ਹੈ, ਉਹਦਾ 버ਗਰ ਬੜਾ ਸਵਾਦ ਹੁੰਦਾ ਹੈ। ਤੇ ਫਿਰ ਜੇ ਇਹ ਤੇ ਨਾਮ ਦੀ ਗੱਲ ਹੈ, ਅਗਰ ਤੁਹਾਨੂੰ ਸੱਚ ਵਿੱਚ ਇਸ ਵਿੱਚ ਕੋਈ ਰਸ ਆਇਆ ਹੈ, ਜੇ ਆਪ ਜੀ ਨੂੰ ਲੱਗਿਆ ਕਿ ਆਪ ਜੀ ਨੇ ਕੁਛ ਲਾਹਾ ਖੱਟਿਆ ਤੇ ਆਪ ਜੀ ਬਿਲਕੁਲ ਚਾਹੋਗੇ ਕਿ ਆਪ ਜੀ ਦੇ ਜਿਹੜੇ ਪਿਆਰ ਵਾਲੇ ਆ, ਜਿਸ ਨਾਲ ਆਪ ਜੀ ਪਿਆਰ ਕਰਦੇ ਹੋ, ਉਹ ਵੀ ਇਸ ਦਾ ਲਾਭ ਲੈਣ। ਇਸ ਲਈ ਇਸ ਵੀਡੀਓ ਨੂੰ ਆਪ ਜੀ ਦਾ ਫਰਜ਼ ਹੈ ਕਿ ਆਪ ਜੀ ਵੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਬਣਦਾ ਫਰਜ਼ ਨਿਭਾਓ ਔਰ ਇਸ ਉਪਰਾਲੇ ਨੂੰ ਹੋਰ ਤੋਂ ਹੋਰ ਅੱਗੇ ਵਧਾਓ। ਉਮੀਦ ਹੈ ਬੇਨਤੀ ਪ੍ਰਵਾਨ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।